Good morning, students. I'm your teacher Kapil Baba from Ramgarhia Polytechnic College, Fagwada. बेटा आज अपना थर्ड लेक्चर है ऑन द टॉपिक इलैक्ट्रिक हीटिंग। लास्ट टू लेक्चर च तुसी डिस्कस कर लिया होया है वट इज़ इलैक्ट्रिक हीटिंग, मैथड ऑफ हीट ट्रांसफर एंड वट आर द क्लासिफिकेशन ऑफ इलैक्ट्रिकल हीटिंग। resistance heating you have done, direct resistance, indirect resistance heating, and what are the application of resistance heating that you have done in previous lectures. Now next topic is electric arc heating. Beta, what is arc heating? For the heating we use arc. Arc किस तरह प्रोड्यूस बेटा आप करते हैं? When high voltage is applied across two electrodes separated by an air gap, the air in the gap is ionized and become a conducting medium. जो इलैक्ट्रोड्स ਦੇ ਵਿੱਚ ਤੋਂ एयर है, एयर अपना कंडक्टिंग मीडियम बन ਜਾਂਦਾ है, ਤਾਂ ਉਹ ਕੰਡਕਟਿੰਗ ਮੀਡੀਅਮ ਹੈ ਉਸ ਦੇ ਵਿੱਚੋਂ ਹੀ ਆਪਣੇ ਕੋਲ ਇੱਕ ਆਰਕ ਪ੍ਰੋਡਿਊਸ ਹੁੰਦੀ ਹੈ। ਉਸ ਆਰਕ ਦੀ ਹੀਟ ਦੇ ਨਾਲ ਜੋ ਵੀ ਮਰਜ਼ੀ ਆਪਾਂ ਚੀਜ਼ ਨੂੰ ਗਰਮ ਕਰ ਸਕਦੇ ਹਾਂ, ਉਹ ਤੋਂ ਹੀਟ ਲੈ ਕੇ ਆਪਾਂ ਆਪਣਾ ਪਰਪਸ ਸੋਲਵ ਕਰ ਸਕਦੇ ਹਾਂ। ਠੀਕ ਹੈ। So current starts flowing between the two electrodes in the form of continuous spark called an arc. ਇਸ ਦੀ ਇੱਕ ਐਗਜ਼ਾਮਪਲ ਨੈਕਸਟ ਸਲਾਈਡ ਦੇ ਵਿੱਚ ਸ਼ੋ ਹੋ ਰਹੀ ਹੈ। ਵੈਸੇ ਟੂ ਟਾਈਪਸ ਦੀ ਆਰਕ ਹੀਟਿੰਗ ਹੁੰਦੀ ਹੈ, ਡਾਇਰੈਕਟ ਆਰਕ ਫਰਨੈਸ ਅਤੇ ਇਨਡਾਇਰੈਕਟ ਆਰਕ ਫਰਨੈਸ। ਡਾਇਰੈਕਟ ਦੇ ਵਿੱਚ ਦੇਖੋ, ਇਹਦੇ ਵਿੱਚ ਦੇਖੋ ਟੂ ਆਪਣੇ ਕੋਲ ਇਲੈਕਟ੍ਰੋਡਸ ਲੱਗੇ ਹੋਏ, ਇੱਕ ਚੈਂਬਰ ਹੈ, ਟੂ ਇਲੈਕਟ੍ਰੋਡਸ ਲੱਗੇ ਹੋਏ ਹੈ, ਟੂ ਇਲੈਕਟ੍ਰੋਡਸ ਨੂੰ ਆਪਾਂ ਸਪਲਾਈ ਦਿੱਤੀ ਹੋਈ ਹੈ। ਇਹ ਜਿਹੜੀ ਸਪਲਾਈ ਹੈ ਨੀਚੇ ਆਪਣੇ ਕੋਲ ਚੈਂਬਰ ਦੇ ਵਿੱਚ ਇੱਕ ਹੈ ਚਾਰਜ ਉਹ ਵਾਲਾ ਮਟੀਰੀਅਲ ਜਿਹੜੀ ਚੀਜ਼ ਆਪਾਂ ਗਰਮ ਕਰਨੀ ਹੈ। ਸਪੋਜ਼ ਕਰ ਲਓ ਆਪਾਂ ਕਾਪਰ ਜਾਂ ਕਿਸੇ ਚੀਜ਼ ਦਾ ਐਲੋਏ ਉਹ ਗਰਮ ਕਰਨੀ ਹੈ, ਤਾਂ ਉਹ ਕਿਸ ਤਰ੍ਹਾਂ ਮਤਲਬ ਉਹਨੂੰ ਲਿਕੁਇਡ ਫਾਰਮ 'ਚ ਲੈ ਕੇ ਆਉਣਾ, ਜਾਂ ਉਹਨੂੰ ਆਪਾਂ ਮਤਲਬ ਮੋਲਟਨ ਸਟੇਟ 'ਚ ਲੈ ਕੇ ਆਉਣਾ। ਤਾਂ ਉਹਦੇ ਵਿੱਚ ਕੀ ਕਰਾਂਗੇ, ਆਪਾਂ ਇੱਕ ਸੋਲਿਡ ਮਟੀਰੀਅਲ ਨੂੰ ਮੋਲਟਨ ਸਟੇਟ 'ਚ ਲੈ ਕੇ ਆਉਣ ਵਾਸਤੇ ਆਪਾਂ ਉਹਨੂੰ ਪਹਿਲਾਂ ਹੀਟ ਕਰਨਾ ਪੈਣਾ। ਉਹ ਹੀਟ ਆਪਾਂ ਕਿਸੇ ਫਿਊਲ ਨਾਲ ਨਹੀਂ ਕਰਨਾ, ਉਹ ਆਪਾਂ ਆਰਕ ਦੀ ਜਿਹੜੀ ਹੀਟ ਹੋਏਗੀ ਉਸ ਦੇ ਨਾਲ ਹੀ ਆਪਾਂ ਉਹਨੂੰ ਮੋਲਟਨ ਸਟੇਟ ਦੇ ਵਿੱਚ ਲੈ ਕੇ ਆਉਣਾ। ਤਾਂ ਆਰਕ ਕਿਸ ਤਰ੍ਹਾਂ ਪ੍ਰੋਡਿਊਸ ਕਰਨੀ ਹੈ, ਜਿਹੜਾ ਤਾਂ ਮਤਲਬ ਆਪਣਾ ਚਾਰਜ ਹੈ, ਚਾਰਜ ਨੂੰ ਆਪਾਂ ਨੀਚੇ ਰੱਖ ਲੈਣਾ। ਉਸ ਚਾਰਜ ਦਾ ਮਤਲਬ ਜਿਹੜੀ ਚੀਜ਼ ਆਪਾਂ ਮੋਲਟਨ ਸਟੇਟ ਦੇ ਵਿੱਚ ਲੈ ਕੇ ਆਉਣੀ। ਸਪੋਜ਼ ਕਰ ਲਓ ਇੱਕ ਕਾਪਰ ਵੀ ਹੋ ਸਕਦਾ, ਐਲੂਮੀਨੀਅਮ, ਸਿਲਵਰ, ਗੋਲਡ, ਕੋਈ ਵੀ ਨੋਨ ਫੈਰਸ ਜਾਂ ਫੈਰਸ ਮਟੀਰੀਅਲ ਵੀ ਹੋ ਸਕਦਾ। ਫੈਰਸ ਮਟੀਰੀਅਲ ਕੱਲਾ ਆਇਰਨ, ਨੋਨ ਫੈਰਸ ਮਤਲਬ ਕਾਪਰ, ਐਲੂਮੀਨੀਅਮ, ਸਿਲਵਰ, ਠੀਕ ਹੈ, ਲੈਡ, ਟਿਨ, ਬਰਾਸ, ਜ਼ਿੰਕ, ਇਹ ਸਾਰੇ ਨੋਨ ਫੈਰਸ ਮਟੀਰੀਅਲ ਨੇ। ਇਹਨਾਂ ਨੂੰ ਆਪਾਂ ਇਹਦੇ ਵਿੱਚ ਮੋਲਟਨ ਸਟੇਟ ਦੇ ਵਿੱਚ ਲੈ ਕੇ ਆ ਸਕਦੇ ਹੋ। ਕਿਸ ਤਰ੍ਹਾਂ ਹੈ ਵੀ ਇਨ ਡਾਇਰੈਕਟ ਆਰਕ ਫਰਨੈਸ, ਆਰਕ ਇਜ਼ ਸਟਕ ਬਿਟਵੀਨ ਦਾ ਚਾਰਜ ਐਂਡ ਇਲੈਕਟ੍ਰੋਡਸ। ਜਦੋਂ ਆਪਾਂ ਇਲੈਕਟ੍ਰੋਡਸ ਨੂੰ ਸਪਲਾਈ ਦਿੰਦੇ ਹਾਂ ਤਾਂ ਜਿਹੜਾ ਚਾਰਜ ਹੈ ਉਹਨਾਂ ਦੇ ਵਿੱਚ, ਦੋਨਾਂ ਦੇ ਵਿੱਚ ਇੱਕ ਆਰਕ ਪ੍ਰੋਡਿਊਸ ਹੁੰਦੀ, ਕਿਉਂਕਿ ਉਹਨਾਂ ਦੇ ਵਿੱਚ ਏਅਰ ਗੈਪ ਹੈ। ਉਹ ਜਿਹੜੀ ਏਅਰ ਹੈ ਆਪਸ ਦੇ ਵਿੱਚ, ਇਹਨਾਂ ਦੋਵਾਂ ਦੇ ਇਲੈਕਟ੍ਰੋਡਸ ਅਤੇ ਚਾਰਜ ਦੇ ਵਿੱਚ ਏਅਰ ਇੱਕ ਨਾ ਕੰਡਕਟਿੰਗ ਮੀਡੀਅਮ ਬਣ ਜਾਂਦਾ ਹੈ। ਤਾਂ ਕੰਡਕਟਿੰਗ ਮੀਡੀਅਮ ਦੇ ਵਿੱਚ ਜਿਹੜਾ ਕਰੰਟ ਇਲੈਕਟ੍ਰੋਡ ਤੋਂ ਚਾਰਜ ਤੱਕ ਪਹੁੰਚਦਾ ਥਰੂ ਦਾ ਏਅਰ, ਕੰਡਕਟਿੰਗ ਏਅਰ, ਤਾਂ ਉਹ ਏਅਰ ਕੀ ਬਣ ਜਾਂਦੀ ਹੈ, ਆਰਕ। ਉਸ ਆਰਕ ਦੇ ਵਿੱਚ ਆਪਾਂ ਨੂੰ ਹੀਟ ਮਿਲਦੀ ਹੈ। ਉਸ ਹੀਟ ਦੀ ਹੈਲਪ ਦੇ ਨਾਲ ਆਪਾਂ ਜਿਹੜਾ ਚਾਰਜ ਗਰਮ ਕਰਨਾ ਉਹਨੂੰ ਆਪਾਂ ਮੋਲਟਨ ਸਟੇਟ ਦੇ ਵਿੱਚ ਲੈ ਕੇ ਆ ਸਕਦੇ। The two electrodes are projected from the top of the furnace and current passes through them via charge। ठीक है। हीट इज़ प्रोड्यूस सफिशेंटली हाई, ਜਿਹੜੀ ਆਰਕ ਦੀ ਹੀਟ ਹੈ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਇਸ ਕਰਕੇ ਇਹਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਆਪਾਂ ਨੂੰ ਮਿਲਦਾ। ਇਸ ਹਾਈ ਟੈਂਪਰੇਚਰ ਦੇ ਨਾਲ ਆਪਾਂ ਕੋਈ ਵੀ ਚੀਜ਼ ਜਿਹਨੂੰ ਮੋਲਟਨ ਸਟੇਟ ਦੇ ਵਿੱਚ ਲੈ ਕੇ ਆਉਣਾ ਉਹਨੂੰ ਆਪਾਂ ਗਰਮ ਕਰ ਸਕਦੇ ਹਾਂ। ਇਹ ਬੇਟਾ ਆਪਣੇ ਕੋਲ ਹੈਗਾ ਡਾਇਰੈਕਟ ਆਰਕ ਫਰਨੈਸ ਦਾ ਮੈਥਡ। ਇਸ ਦੇ ਵਿੱਚ ਆਪਾਂ ਇਹ ਟੋਟਲੀ ਮਤਲਬ ਫਰਨੈਸ ਹੈ ਜਿਹੜੀ, ਇਹ 100 ਟਨ ਦੀ ਆਪਾਂ ਵੈਸੇ ਜਨਰਲੀ ਬਣਾ ਸਕਦੇ ਹਾਂ, ਬਟ ਜਨਰਲੀ ਇਹ ਜਿਹੜੀ ਹੈ 25 ਟਨ ਦੀ ਆਪਣੇ ਕੋਲ ਯੂਜ਼ ਦੇ ਵਿੱਚ ਆਉਂਦੀ ਹੈ। ਇਹਦੇ ਵਿੱਚ ਸਟੀਅਰਿੰਗ ਆਪਰੇਸ਼ਨ ਆਟੋਮੈਟਿਕਲੀ ਹੋਏਗਾ, ਜਿਸ ਤਰ੍ਹਾਂ ਮਤਲਬ ਜਿਹੜੀ ਚੀਜ਼ ਮੋਲਟਨ ਸਟੇਟ ਦੇ ਵਿੱਚ ਆ ਜਾਏਗੀ ਉਹ ਨੀਚੇ ਆ ਜਾਏਗੀ, ਜਿਹੜੀ ਉੱਪਰ ਮਤਲਬ ਸੋਲਿਡ ਫਾਰਮ ਦੇ ਵਿੱਚ ਉਹ ਉੱਪਰ ਨੂੰ ਆ ਜਾਏਗੀ। ਠੀਕ ਹੈ, ਮੋਲਟਨ ਸਟੇਟ ਆਟੋਮੈਟਿਕਲੀ ਨੀਚੇ ਆ ਜਾਏਗਾ। ਇਹਦਾ ਮਤਲਬ ਇਹ ਕੀ ਹੈ ਵੀ ਸਟੀਅਰਿੰਗ ਐਕਸ਼ਨ ਆਟੋਮੈਟਿਕਲੀ ਇਹਦੇ ਵਿੱਚ ਚੱਲਦਾ ਰਹੇਗਾ। ਠੀਕ ਹੈ, ਜਨਰਲੀ ਆਪਾਂ ਐਲੋਏ ਸਟੀਲ ਮੈਨੂਫੈਕਚਰਿੰਗ ਦੇ ਵਿੱਚ ਇਹਨੂੰ ਆਪਾਂ ਯੂਜ਼ ਕਰਦੇ ਹਾਂ, ਡਾਇਰੈਕਟ ਆਰਕ ਫਰਨੈਸ ਨੂੰ। ਤੋ ਇਹਦਾ ਸਿੰਪਲ ਅਤੇ ਈਜ਼ੀ ਕੰਟਰੋਲ ਮੈਥਡ ਹੈਗਾ। ਠੀਕ ਹੈ,
ਇਹਨੂੰ ਆਪਾਂ ਰਿਫਾਈਨਿੰਗ ਪ੍ਰੋਸੈਸ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਇਹਦੀ ਮਤਲਬ ਜਿਹੜੀ ਡਿਸਐਡਵਾਂਟੇਜ ਇਹ ਹੈ ਵੀ ਇਹਦੀ ਕੋਸਟ ਬਹੁਤ ज़्यादा है, ठीक है। मैल्टिंग तो रिफाइनिंग वास्ते आप यूज़ तो कर सकते हैं, बट ਇਹਦਾ ਜਿਹੜਾ ਮਤਲਬ मैथड है ਇਹਨੂੰ यूज़ करने वास्ते अपने को ज़्यादा कॉस्टली बन जाता है, ठीक। तो आप ये ज़्यादा स्टील प्रोड्यूस करने वास्ते डायरैक्ट आर्क फर्नेस यूज़ करते हैं। नैक्सट अपने को है बेटा इनडायरैक्ट आर्क फर्नेस। इस दे विच देखो बेटा उन्होंने विच डिफरेंस की सी, आपां जिहड़े इलैक्ट्रोड्स नहीं आपां टॉप तो प्रोजैक्ट कीते सी, इस दे विच आपां इलैक्ट्रोड्स ने वो साइड्स तो प्रोजैक्ट किए हुए हैं, ठीक है। इलैक्ट्रोड्स आर इंसर्टेड फ्रॉम द साइड्स एंड हीट प्रोड्यूस्ड इज ट्रांसमिटेड बाय द रेडिएशन टू द चार्ज। हुण देखो बेटा नीचे चैंबर है, चैंबर के अंदर अपने को चार्ज है, ये जी चार्ज है इन्हों के कोल अपने को रेडिएशन पहुँचेगी जो इलैक्ट्रोड्स के आपस के आर्क प्रोड्यूस होएगी ना आपस के, ठीक है। तो आर्क प्रोड्यूस होएगी तो वो वाली आर्क है जितना कितने पहुँचेगी चार्ज के। इन दिस फर्नेस एन आर्क इज स्टक बिटवीन टू इलैक्ट्रोड्स फिटेड इन द सेंटर ऑफ द फर्नेस। हीट इज प्रोड्यूस्ड बाय द आर्क इज ट्रांसफर टू द चार्ज बाय द रेडिएशन, ठीक है। जी आर्क की हीट है बाय द रेडिएशन चार्ज के कोल पहुँचेगी, जो चार्ज आप गर्म करना है। सिंस द आर्क डज नॉट केम इन डायरैक्ट कॉन्टैक्ट विद मैटल्स, सो डायरैक्ट दे विच तां डायरैक्ट आ रहे सी कॉन्टैक्ट दे विच चार्ज दे नाल ही मतलब आर्क प्रोड्यूस कर रहे सी, बट ये दोवां ने इलैक्ट्रोड्स दे विच ही प्रोड्यूस हो रही है। तो जी हीट है थ्रू द अपने को रेडिएशन चार्ज तक पहुँच रही है, सो यदि हीट थोड़ी जी घट होएगी। सो द टैंपरेचर लोअर दैन द डायरैक्ट आर्क फर्नेस। सो यदि मतलब जी रेडिएशन थ्रू है हीट घट प्रोड्यूस होएगी। सो इस वास्ते ये आप यूज़ करते हैं मेन एप्लीकेशन नॉन फेरस मटीरियल लाइक एलूमीनियम, निकल, लैड, टिन, ब्रास, सिल्वर एंड जिंक। नॉन फेरस मटीरियल आप इनडायरैक्ट आर्क फर्नेस नाल ते जिहड़े फेरस मटीरियल या स्टील है वो आप डायरैक्ट आर्क फर्नेस नाल हीट अप करना है, ठीक है बेटा। नैक्सट अपने को बेटा है हाई फ्रीक्वेंसी हीटिंग। ये बेटा फ्रीक्वेंसी अपने को पावर फ्रीक्वेंसी जिस तरह 50 हर्ट्स है, हाई फ्रीक्वेंसी है मतलब आप फ्रीक्वेंसी की रेंज बढ़ा देंगे, मतलब 5 मैगा हर्ट्स टू 5 गीगा हर्ट्स की फ्रीक्वेंसी की रेंज आप बढ़ा दी। 5 मैगा हर्ट्स मतलब 5 इंटू 10⁻6 तो 5 गीगा हर्ट्स मतलब 5 इंटू 10⁻9 हर्ट्स मतलब 10⁻6 के मल्टीप्लाई 10⁻9 मल्टीप्लाई करके आप ਉਹਦੀ ਇੰਨੀ फ्रीक्वेंसी रेंज ਵਧਾ सकते हैं। तो इस फ्रीक्वेंसी ਨੂੰ ਆਪਾਂ ਕਹਿੰਦੇ ਹਾਂ हाई फ्रीक्वेंसी हीटिंग। तो नॉर्मल अपने को फ्रीक्वेंसी आती 50 हर्ट्स, ये फ्रीक्वेंसी ਆਪਾਂ ਇਹਨਾਂ ਦੀ रेंज ਵਧਾ ਦੇਣੀ फ्रीक्वेंसी, उस फ्रीक्वेंसी ਦੇ ਨਾਲ ਆਪਾਂ ਹੀਟਿੰਗ ਕਰਨੀ ਹੈ। ਉਸ ਦੇ ਨਾਲ ਅੱਗੇ ਦੋ ਮੈਥਡ ਆ ਜਾਂਦੇ ਆ। In this system of heating, heat is produced due to eddy current loss and dielectric loss. Since these losses are directly proportional to the supply frequency, कि ਜਿਹੜੇ ਇਹ loss ਨੇ eddy current loss ਤੇ dielectric loss ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੇ ਸਪਲਾਈ ਫਰੀਕੁਐਂਸੀ ਦੇ। ਜਿਹੜੇ ਆਪਣੇ ਕੋਲ ਨਾਰਮਲ ਫਰੀਕੁਐਂਸੀ ਉਹ 50 ਹਰਟਸ ਫਰੀਕੁਐਂਸੀ, ਇਸ ਕਰਕੇ ਲੋਸ ਵੀ ਆਪਣੇ ਕੋਲ ਘੱਟ ਹੁੰਦੇ। ਇਹ ਲੋਸ ਨੂੰ ਆਪਾਂ ਵਧਾ ਦੇਣਾ, ਉਹ ਕਿਸ ਤਰ੍ਹਾਂ ਵਧਣਗੇ ਜੇ ਆਪਾਂ ਸਪਲਾਈ ਫਰੀਕੁਐਂਸੀ ਵਧਾਵਾਂਗੇ, ਕਿਉਂਕਿ ਇਹ ਜਿਹੜੇ ਦੋਨੇ ਲੋਸ ਨੇ ਐਡੀ ਕਰੰਟ ਲੋਸ ਤੇ ਡਾਈਲੈਕਟ੍ਰਿਕ ਲੋਸ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਸਪਲਾਈ ਫਰੀਕੁਐਂਸੀ ਹੈਗੀ ਹੈ। ਸੋ ਇਸ ਕਰਕੇ ਆਪਾਂ ਫਰੀਕੁਐਂਸੀ ਦੀ ਰੇਂਜ ਵਧਾਤੀ 50 ਹਰਟਸ ਤੋਂ ਆਪਾਂ ਵਧਾ ਕੇ 5 ਮੈਗਾ ਹਰਟਸ ਤੋਂ ਲੈ ਕੇ 5 ਗੀਗਾ ਹਰਟਸ ਤੱਕ ਆਪਾਂ ਉਹਨਾਂ ਨੂੰ ਵਧਾ ਦੇਣਾ। ਸੋ ਦਿਸ ਸਿਸਟਮ ਪ੍ਰੋਡਿਊਸ ਹੀਟ ਬਹੁਤ ਜ਼ਿਆਦਾ, ਇਹਦੇ ਨਾਲ ਹੋ ਜਾਂਦੀ 100 ਵਾਟ ਪਰ ਸਕੁਅਰ ਸੈਂਟੀਮੀਟਰ ਦੇ ਨਾਲ ਆਪਾਂ ਇੰਨੀ ਜ਼ਿਆਦਾ ਹੀਟ ਪ੍ਰੋਡਿਊਸ ਕਰ ਸਕਦੇ ਹਾਂ। ਸੋ ਦਿਸ ਹੀਟਿੰਗ ਕੈਨ ਬੀ ਅਪਲਾਈਡ ਟੂ ਕੰਡਕਟਿੰਗ ਮਟੀਰੀਅਲ ਕੋਈ ਵੀ ਹੈ, ਮੈਗਨੈਟਿਕ ਮਟੀਰੀਅਲ ਤੇ ਇਨਸੂਲੇਟਿੰਗ ਮਟੀਰੀਅਲਸ। ਇਸ ਤਰ੍ਹਾਂ ਇਨਸੂਲੇਟਿੰਗ ਮਟੀਰੀਅਲਸ ਨੂੰ ਵੀ ਆਪਾਂ ਗਰਮ ਕਰ ਸਕਦੇ ਹਾਂ, ਮੈਗਨੈਟਿਕ ਤੇ ਕੰਡਕਟਿੰਗ ਮਟੀਰੀਅਲਸ ਨੂੰ ਇੰਨੀ ਜ਼ਿਆਦਾ ਹੀਟ ਦੇ ਨਾਲ। ਸੋ ਦ ਕੰਡਕਟਿੰਗ ਐਂਡ ਮੈਗਨੈਟਿਕ ਮਟੀਰੀਅਲ ਕੈਨ ਬੀ ਹੀਟਡ ਅਪ ਬਾਏ ਦ ਇੰਡਕਸ਼ਨ ਹੀਟਿੰਗ ਤੇ ਇਨਸੂਲੇਟਿੰਗ ਮਟੀਰੀਅਲ ਬਾਏ ਦਾ ਡਾਇਲੈਕਟ੍ਰਿਕ ਹੀਟਿੰਗ। ਸੋ ਮੈਗਨੈਟਿਕ ਤੇ ਜਿਹੜਾ ਕੰਡਕਟਿੰਗ ਮਟੀਰੀਅਲ ਉਹ ਆਪਾਂ ਇੰਡਕਸ਼ਨ ਹੀਟਿੰਗ ਦੇ ਨਾਲ ਕਰਨਾ ਹੈ, ਤਾਂ ਜਿਹੜਾ ਇਨਸੂਲੇਟਿੰਗ ਮਟੀਰੀਅਲ ਉਹ ਆਪਾਂ ਡਾਇਲੈਕਟ੍ਰਿਕ ਹੀਟਿੰਗ ਦੇ ਨਾਲ ਕਰਨਾ ਹੈ। ਦੋਨਾਂ ਕੇਸਿਸ ਦੇ ਵਿੱਚ ਆਪਾਂ ਰੇਂਜ ਹੈ ਜਿਹੜੀ ਆਪਣੀ 50 ਹਰਟਸ ਤੋਂ ਆਪਾਂ ਵਧਾ ਕੇ 5 ਮੈਗਾ ਹਰਟਸ ਤੋਂ 5 ਗੀਗਾ ਹਰਟਸ ਤੱਕ ਆਪਾਂ ਰੇਂਜ ਲੈ ਲੈਣੀ, ਜਿੰਨੀ ਆਪਾਂ ਨੂੰ ਹੀਟ ਦੀ ਰਿਕੁਆਇਰਮੈਂਟ ਹੈਗੀ ਹੈ ਉਸ ਹਿਸਾਬ ਦੇ ਨਾਲ। ਸੋ ਆਪਣੇ ਕੋਲ ਇਸ ਦੇ ਨਾਲ ਹੈ ਇੰਡਕਸ਼ਨ ਹੀਟਿੰਗ। ਇਟ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਟਰਾਂਸਫਾਰਮਰ। ਜਿਸ ਤਰ੍ਹਾਂ ਟਰਾਂਸਫਾਰਮਰ ਦੇ ਵਿੱਚ ਆਪਾਂ ਕੋਲ
ਸਪਲਾਈ ਫ੍ਰੀਕੁਐਂਸੀ ਪ੍ਰਾਇਮਰੀ ਵਾਈਂਡਿੰਗ ਤੋਂ ਸੈਕੰਡਰੀ ਵਾਈਂਡਿੰਗ ਦੇ ਵਿੱਚ ਪਹੁੰਚਦੀ ਹੈ। ਦੇਰ ਇਜ਼ ਪ੍ਰਾਇਮਰੀ ਵਾਈਂਡਿੰਗ ਥਰੂ ਵਿਚ ਐਨ AC ਕਰੰਟ ਇਜ਼ ਪਾਸ। ਕੋਇਲ ਇਜ਼ ਮੈਗਨੈਟਿਕਲੀ ਕਪਲਡ ਵਿਦ ਅ ਮੈਟਲ ਟੂ ਬੀ ਹੀਟਿਡ। ਜਿਹੜਾ ਮੈਟਲ ਆਪਾਂ ਹੀਟ ਕਰਨਾ ਹੈ ਉਹਨੂੰ ਆਪਾਂ ਸੈਕੰਡਰੀ ਮੰਨ ਲੈਂਦੇ ਵਿਚ ਐਕਟ ਐਜ਼ ਸੈਕੰਡਰੀ। ਐਂਡ ਇਲੈਕਟ੍ਰਿਕ ਕਰੰਟ ਇਜ਼ ਇੰਡਿਊਸਡ ਇਨ ਦਿਸ ਮੈਟਲ। ਆਓ ਇਲੈਕਟ੍ਰਿਕ ਕਰੰਟ ਆਪਾਂ ਪ੍ਰਾਇਮਰੀ ਵੱਲ ਭੇਜਾਂਗੇ, ਠੀਕ ਹੈ। when current is passed through the primary coil, an alternating volt is applied across the coil of primary winding, induced and alternating flux in the core. The change in the flux induced eddy current in the metal. ਸੋ ਆਪਾਂ ਨੂੰ ਪਤਾ ਐਡੀ ਕਰੰਟ ਜਿਹੜਾ ਪ੍ਰੋਡਿਊਸ ਹੁੰਦਾ ਉਹ ਇਨ ਦਾ ਕੋਰ ਦੇ ਵਿੱਚ ਹੀ ਪ੍ਰੋਡਿਊਸ ਹੁੰਦਾ। ਸੋ ਐਡੀ ਕਰੰਟ ਜਦੋਂ ਕੋਰ ਦੇ ਵਿੱਚ ਪ੍ਰੋਡਿਊਸ ਹੋਏਗਾ ਤਾਂ ਪਾਵਰ ਲੋਸ ਡਿਊ ਟੂ ਐਡੀ ਕਰੰਟ ਉਹ ਵੀ ਪ੍ਰੋਡਿਊਸ ਹੋਣਗੇ ਕੋਰ ਦੇ ਵਿੱਚ। ਸੋ ਜਿਹੜੇ ਇਹਦੇ ਐਡੀ ਕਰੰਟ ਲੋਸ ਦੇ ਜਿਹੜੇ ਐਕਸਪ੍ਰੈਸ਼ਨ ਨੇ ਉਹ ਡਿਪੈਂਡ ਦੇਖੋ ਕਿੱਥੇ ਕਿੱਥੇ ਕਰਦਾ ਹੈ। ਬੀ ਕੀ ਹੈ, ਫਲਕਸ ਡੈਂਸਿਟੀ, ਉਹ ਵੀ ਆਪਣੇ ਕੋਲ ਮੈਕਸਿਮਮ ਹੋਏਗੀ ਕਿਉਂਕਿ ਕਰੰਟ ਆਪਣੇ ਕੋਲ ਜ਼ਿਆਦਾ ਇੰਡਿਊਸ ਕਰਾਵਾਂਗੇ। ਐਫ ਫ੍ਰੀਕੁਐਂਸੀ, ਪਾਵਰ ਫ੍ਰੀਕੁਐਂਸੀ ਆਪਾਂ ਲਵਾਂਗੇ, ਹਾਈ ਫ੍ਰੀਕੁਐਂਸੀ ਲਵਾਂਗੇ। ਹਾਈ ਫ੍ਰੀਕੁਐਂਸੀ ਐਫ ਦੀ ਰੇਂਜ ਬਹੁਤ ਜ਼ਿਆਦਾ ਹੋਏਗੀ। ਨੀਚੇ ਆਪਣੇ ਕੋਲ ਰਜਿਸਟੀਵਿਟੀ ਆਫ ਦਾ ਮਟੀਰੀਅਲ, ਇਹ ਤੋਂ ਡਿਪੈਂਡ ਕਰਦਾ ਕਿਹੜਾ ਮਟੀਰੀਅਲ ਆਪਾਂ ਯੂਜ਼ ਕਰਨਾ ਹੈ। ਇਹਦੇ ਵਿੱਚ ਆਪਾਂ ਕੰਡਕਟਿੰਗ ਅਤੇ ਮੈਗਨੈਟਿਕ ਕਰਨਾ, ਉਸ ਹਿਸਾਬ ਦੇ ਨਾਲ ਉਹਦੀ ਰਜਿਸਟੀਵਿਟੀ ਮੈਜ਼ਰ ਹੋ ਜਾਏਗੀ। ਸੋ ਇਹ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਸ਼ਨ ਦੇਖੋ, ਬੀ ਦੀ ਵੈਲਿਊ ਵੀ ਜ਼ਿਆਦਾ ਹੋਏਗੀ, ਐਫ ਦੀ ਵੈਲਿਊ ਵੀ ਜ਼ਿਆਦਾ ਹੋਏਗੀ। ਸੋ ਇਹਨਾਂ ਦੋਨਾਂ ਦੀ ਵੈਲਿਊ ਜ਼ਿਆਦਾ, ਉਸ ਤੋਂ ਬਾਅਦ ਇਹਨਾਂ ਦਾ ਸਕੇਅਰ ਵੀ ਕਰਨਾ। ਸੋ ਜਿੰਨਾ ਜ਼ਿਆਦਾ ਇਹਨਾਂ ਦੀ ਵੈਲਿਊ ਹੋਏਗੀ ਉਨੀ ਜ਼ਿਆਦਾ ਆਪਣੇ ਕੋਲ ਕੋਰ ਦੇ ਵਿੱਚ ਹੀਟ ਹੋਏਗੀ। ਜਿੰਨੀ ਜ਼ਿਆਦਾ ਹੀਟ ਹੋਏਗੀ ਉਨੀ ਆਪਣੇ ਕੋਲ ਇੰਡਕਸ਼ਨ ਹੀਟਿੰਗ ਹੋਏਗੀ, ਠੀਕ ਹੈ। ਇਹ ਸੀ ਬੇਟਾ ਆਪਣੇ ਕੋਲ ਇੰਡਕਸ਼ਨ ਹੀਟਿੰਗ। ਨੈਕਸਟ ਆਪਣੇ ਕੋਲ ਹੈ ਡਾਇਲੈਕਟ੍ਰਿਕ ਹੀਟਿੰਗ। ਇਸ ਦੇ ਵਿੱਚ ਦੇਖੋ ਤੁਸੀਂ ਆਪਾਂ ਇਨਸੂਲੇਟਿੰਗ ਮਟੀਰੀਅਲ ਨੂੰ ਆਪਾਂ ਕੀ ਕਰਨਾ, ਇਨਸੂਲੇਟਿੰਗ ਮਟੀਰੀਅਲ ਨੂੰ ਆਪਾਂ ਗਰਮ ਕਰ ਸਕਦੇ ਹਾਂ। ਜਿਸ ਤਰ੍ਹਾਂ ਇੱਕ ਇਨਸੂਲੇਟਿੰਗ ਮਟੀਰੀਅਲ ਦੇ ਉੱਪਰ ਆਪਾਂ ਦੂਸਰਾ ਇਨਸੂਲੇਟਿੰਗ ਮਟੀਰੀਅਲ ਉਹਦੀ ਕਵਰਿੰਗ ਕਰਨੀ ਹੈ ਤਾਂ ਇਸ ਹਿਸਾਬ ਨਾਲ ਕਰਾਵਾਂਗੇ। ਦਾ ਪ੍ਰੋਸੈਸ ਆਫ ਹੀਟਿੰਗ ਪੂਅਰ ਕੰਡਕਟਰਸ ਆਫ ਇਲੈਕਟ੍ਰੀਸਿਟੀ, ਉਹ ਕਿਹੜੇ ਹੁੰਦੇ ਆ, ਇਨਸੂਲੇਟਿੰਗ ਮਟੀਰੀਅਲਸ, ਬਾਈ ਮੀਨਸ ਆਫ ਹਾਈ ਫ੍ਰੀਕੁਐਂਸੀ ਇਲੈਕਟ੍ਰੀਕਲ ਕਰੰਟ। ਬਾਈ ਦ ਮੈਥਡ ਆਫ dielectric heating, foils, plate and profile with thickness 1 mm and 2 mm are welded। ਕੋਈ ਵੀ ਮਤਲਬ ਆਪਣੇ ਕੋਲ ਫੋਇਲਸ ਹੈ, ਪਲੇਟਸ ਨੇ ਜਿਨ੍ਹਾਂ ਦੀ ਮਤਲਬ ਵਿਡਥ ਕਿੰਨੀ ਹੈ 1 mm ਜਾਂ 2 mm, ਉਹਨਾਂ ਦੀ ਆਪਾਂ ਵੈਲਡਿੰਗ ਕਰ ਸਕਦੇ ਹਾਂ। ਵੈਨ ਇਨਸੂਲੇਟਿੰਗ ਮਟੀਰੀਅਲ ਸਬਜੈਕਟਿਡ ਟੂ ਐਨ ਅਲਟਰਨੇਟਿੰਗ ਫੀਲਡ, ਐਟਮਸ ਜਿਹੜੇ ਹੁੰਦੇ ਆ ਇਨਸੂਲੇਟਿੰਗ ਮਟੀਰੀਅਲਸ ਦੇ ਉਹ ਕੀ ਹੋ ਜਾਂਦੇ, ਸਟ੍ਰੈਸ ਹੋ ਜਾਂਦੇ ਆ, ਜਿਹਦੇ ਕਰਕੇ ਉਹਨਾਂ ਦਾ ਐਟੋਮਿਕ ਫ੍ਰਿਕਸ਼ਨ ਹੈ ਉਹ ਵੀ ਜ਼ਿਆਦਾ, ਉਹਨਾਂ ਦੇ ਕਰਕੇ ਹੀਟ ਪ੍ਰੋਡਿਊਸ ਹੁੰਦੀ ਹੈ। ਤਾਂ ਇਸ ਕਰਕੇ ਜਿਹੜੇ ਉਹਨਾਂ ਦੇ ਇੰਟਰਨਲਸ ਐਟਮਸ ਹੁੰਦੇ ਆ ਉਹਨਾਂ ਦੇ ਆਪਸ ਦੇ ਵਿੱਚ ਫ੍ਰਿਕਸ਼ਨ ਕਰਕੇ ਜਿਹੜੀ ਹੀਟ ਪ੍ਰੋਡਿਊਸ ਹੋਏਗੀ ਉਸ ਹੀਟ ਨੂੰ ਆਪਾਂ ਕੀ ਬੋਲਾਂਗੇ, ਡਾਇਲੈਕਟ੍ਰਿਕ ਲੋਸ। ਇਸ ਦੇ ਵਿੱਚ ਬੇਟਾ ਦੇਖੋ ਇੱਕ AC ਸਪਲਾਈ ਡਾਇਗਰਾਮ ਦੇ ਵਿੱਚ AC ਸਪਲਾਈ ਆਪਾਂ ਦਿੱਤੀ ਹੈ। ਦੋ ਆਪਾਂ ਮੈਟਲ, ਇੱਕ ਮੈਟਲ ਇਲੈਕਟ੍ਰੋਡ ਉੱਪਰ ਹੈ, ਇੱਕ ਮੈਟਲ ਇਲੈਕਟ੍ਰੋਡ ਉੱਪਰ ਹੈ, ਸੈਂਟਰ ਦੇ ਵਿੱਚ ਆਪਣੇ ਕੋਲ ਡਾਇਲੈਕਟ੍ਰਿਕ ਮਟੀਰੀਅਲ ਬਣ ਗਿਆ। ਸੋ ਡਾਇਲੈਕਟ੍ਰਿਕ ਮਟੀਰੀਅਲ ਦੇ ਇਹਦੇ ਨਾਲ ਹੀ ਅਕੋਰਡਿੰਗ ਸਾਈਡ ਦੇ ਨਾਲ ਹੀ ਇੱਕ ਮਤਲਬ ਆਪਾਂ ਇਕੁਇਲੈਂਟ ਸਰਕਟ ਵੀ ਬਣਾਇਆ। ਇਸ ਦੇ ਵਿੱਚ ਸਪਲਾਈ ਦੇਖੀ AC ਸਪਲਾਈ, ਜਿੱਥੇ ਆਪਾਂ ਸਾਈਨ AC ਸਪਲਾਈ ਦਾ ਬਣਾਇਆ ਹੋਇਆ ਹੈ। ਦੂਸਰੀ ਲਾਈਨ ਦੇ ਵਿੱਚ ਇੱਕ ਕਪੈਸਿਟਰ ਲਗਾਇਆ। ਕਪੈਸਿਟਰ ਮਤਲਬ ਜਿਹੜਾ ਆਪਣੇ ਕੋਲ ਡਾਇਲੈਕਟ੍ਰਿਕ ਮਟੀਰੀਅਲ ਹੈ। ਆਰ ਮਤਲਬ ਰਜਿਸਟੈਂਸ ਲਗਾਈ ਹੋਈ ਜਿਹੜੇ ਆਪਣੇ ਕੋਲ ਇਲੈਕਟ੍ਰੋਡਸ ਨੇ, ਠੀਕ ਹੈ। ਇਸ ਦੇ ਵਿੱਚ ਦੇਖੋ ਜਿਸ ਤਰ੍ਹਾਂ ਮਤਲਬ ਇੱਕ ਡਾਇਲੈਕਟ੍ਰਿਕ ਹੀਟਿੰਗ ਵਾਲਾ ਆਪਣੇ ਕੋਲ ਡਾਇਗਰਾਮ ਹੈ, ਤਾਂ ਇਕੁਇਲੈਂਟ ਸਰਕਟ ਉਹਦਾ ਸੇਮ ਉਸੇ ਤਰ੍ਹਾਂ ਹੀ ਬਣਾਇਆ ਹੋਇਆ ਹੈ, ਠੀਕ ਹੈ। ਅਤੇ ਨਾਲ ਇਹਦੀ ਫੇਜ਼ਰ ਡਾਇਗਰਾਮ ਬਣਾਈ ਹੋਈ ਹੈ। ਫੇਜ਼ਰ ਡਾਇਗਰਾਮ ਦੇ ਵਿੱਚ ਕਰੰਟ ਆਪਣੇ ਕੋਲ ਕਪੈਸਿਟਰ ਦੇ ਵਿੱਚ ਇੱਕ ਲੀਡ ਕਰ ਰਿਹਾ, ਰਜਿਸਟੈਂਸ ਦੇ ਵਿੱਚ ਕਰੰਟ ਆਪਣੇ ਕੋਲ ਇਨ ਫੇਜ਼ ਹੈ। ਸੋ ਇਹਦੇ ਨਾਲ ਬੇਟਾ ਆਪਣੇ ਕੋਲ ਡਾਇਲੈਕਟ੍ਰਿਕ ਹੀਟਿੰਗ, ਇਹਦੇ ਨਾਲ ਤੁਹਾਡਾ ਇਹ ਚੈਪਟਰ ਬੇਟਾ ਕੰਪਲੀਟ ਹੋ ਗਿਆ। ਸੋ ਇਸ ਚੈਪਟਰ ਨੂੰ ਤੁਸੀਂ ਦੁਬਾਰਾ ਰੀਡ ਕਰੋ। ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮਤਲਬ ਮੇਰੇ ਕੋਲ फ़ोन पे पूछ सकते हो, ठीक है बेटा। थैंक यू।